दीन दर्द दुख भंजना। दीन दर्द दुख भंजना, घट घट नाथ अनाथ। शरण तुम्हारी आयो, नानक के प्रभ साथ। शरण तुम्हारी आयो, नानक के प्रभ साथ। जेता समुंद सागर नीर भरिया, तेते अवगुण हमारे। दया करो किछ मेहर उपावो, डुबदे पत्थर तारे। दया करो किछ मेहर उपावो, डुबदे पत्थर तारे। जीड़ा अगन बराबर तपै, पीतर वगै काती। प्रणवत नानक हुक्म पछाणै, सुख होवै दिन राती। प्रणवत नानक हुक्म पछाणै, सुख होवै दिन राती। कृपा करो दीन के दाते, मेरा गुण अवगुण न विचारो कोई। माटी का क्या तो पै स्वामी, मानस की गत एही। माटी का क्या तो पै स्वामी, मानस की गत एही। तेरे कवन कवन गुण कह गावा, तू साहिब गुणी निधाना। तुमरी महिमा बरन न सकूं, तू ठाकुर ऊच भगवाना। तुमरी महिमा बरन न सकूं, तू ठाकुर ऊच भगवाना। जुगो जुग अटल सतगुरु गुरगद्दी ते सुभाईमान, दसां पातशाहियां दी जोत, गरीब नवाज सतगुरु गुरु ग्रंथ साहिब जी महाराज जी दी पावन पवित्र मुबारक अमृतमई हजूरी विखे, चरण शरण विखे, दरबार विखे जुड़ बैठी गुरु रूप साध संगत। गुरु साहिब जी ने बेअंत रहमतां बख्शिशां वरताइयां हन। सानू अपनी सुभागी गोद हजूरी दरबार दी दात बख्शिश कीती है और गुरु के दरबार विखे जुड़ मिल बैठ पावन बाणी दे शब्द कीर्तन गुरु घर दे कीर्तनियां पासों बहुत प्यार और सत्कार सहित आप जी ने
ਰੋਜ਼ਾਨਾ ਦੀ ਤਰ੍ਹਾਂ ਸ਼ਰਵਣ ਕੀਤੇ ਹਨ। ਸਤਿਗੁਰੂ ਮਿਹਰ ਕਰਨ, ਸਾਡਾ ਪੜ੍ਹਿਆ, ਸਾਡਾ ਸੁਣਿਆ, ਗੁਰੂ ਚਰਨਾਂ 'ਚ ਜੁੜਿਆ, ਵਿਚਾਰਿਆ ਗੁਰੂ ਕੇ ਦਰ 'ਤੇ ਪ੍ਰਵਾਨ ਤੇ ਕਬੂਲ ਪਵੇ। ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਉਪਦੇਸ਼ ਔਰ ਉਪਦੇਸ਼ਾਂ ਦਾ ਜੋ ਤੱਤ ਸਾਰ ਹੈ, ਸਾਡੇ ਮਨ 'ਚ ਵਸੇ, ਹਿਰਦੇ 'ਚ ਵਸੇ, ਜੀਵਨ ਦਾ ਆਧਾਰ ਬਣੇ। ਗੁਰੂ ਕੀ ਕੀਤੀ ਹੋਈ ਸਿਫਤ ਸਲਾਹ ਸਕਾਰਥ ਸਫਲ ਤੇ ਪ੍ਰਵਾਨ ਪਵੇ। ਗੁਰਬਾਣੀ ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਪਿਆਰ ਸਤਿਕਾਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦਾ ਓਟ ਆਸਰਾ ਲੈ ਕੇ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਨਿਤਾ ਪ੍ਰਤੀ ਆਪਾਂ ਵਿਚਾਰ ਦੀ ਸਾਂਝ ਪਾਉਂਦੇ ਹਾਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਜਦੋਂ ਤੋਂ ਰਾਤਰੀ ਦੇ ਦੀਵਾਨਾਂ 'ਚ ਆਪਾਂ ਗੁਰਬਾਣੀ ਵਿਚਾਰ ਦੀ ਲੜੀ ਆਰੰਭੀ ਹੈ। ਪਹਿਲਾਂ ਆਪ ਜੀ ਨੇ 4 ਲਾਵਾਂ ਦੀ ਵਿਚਾਰ ਸ਼ਰਵਣ ਕੀਤੀ। ਉਦੋਂ ਉਪਰੰਤ ਸਹਿਸਕ੍ਰਿਤੀ ਬਾਣੀ 4 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ, ਔਰ ਉਦੋਂ ਉਪਰੰਤ 67 ਸ਼ਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਮੁਬਾਰਕ ਅੰਮ੍ਰਿਤਮਈ ਰਸਨਾ ਤੋਂ ਉਚਾਰਨ, ਤਿੰਨਾਂ ਦੀ ਲਗਾਤਾਰ ਵਿਚਾਰ ਸ਼ਰਵਣ ਕੀਤੀ ਹੈ। ਔਰ ਨਾਲ ਦੀ ਨਾਲ ਬਾਣੀ ਦੀ ਵਿਚਾਰ ਕਰਦੇ ਹੋਏ, ਕਿਉਂਕਿ ਇਸ ਬਾਣੀ ਦੇ ਬਹੁਤੇ ਸ਼ਬਦ ਉਹ ਹਨ ਜਿਹੜੇ ਪਾਲੀ ਪ੍ਰਾਕ੍ਰਿਤ ਭਾਸ਼ਾ ਦੇ ਨਾਲ ਸੰਬੰਧਿਤ ਹਨ, ਅਤੇ ਸਾਡੀ ਆਮ ਬੋਲ ਚਾਲ ਦੀ ਜਿਹੜੀ ਭਾਸ਼ਾ ਹੈ ਜਾਂ ਆਮ ਲਿਖਤੀ ਭਾਸ਼ਾ ਵੀ ਹੈ, ਜੋ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਲਿਖਦੇ ਹਾਂ, ਬੋਲਦੇ ਹਾਂ, ਬਹੁਤ ਸਾਰੇ ਸ਼ਬਦ ਐਸੇ ਜਿਨ੍ਹਾਂ ਦੀ ਆਪਾਂ ਰੋਜ਼ਾਨਾ ਜੀਵਨ ਦੇ ਵਿੱਚ ਵਰਤੋਂ ਨਹੀਂ ਕਰਦੇ, ਅਤੇ ਫਿਰ ਜਦੋਂ ਇੱਕਦਮ ਬਾਣੀ ਪੜ੍ਹਦੇ ਹਾਂ ਇਹ ਅੱਖਰ, ਇਹ ਸ਼ਬਦ ਸਾਡੇ ਸਾਹਮਣੇ ਆਉਂਦੇ ਨੇ, ਅਤੇ ਉਹ ਸ਼ਬਦ ਜ਼ੁਬਾਨ 'ਤੇ ਨਾ ਚੜ੍ਹੇ ਹੋਣ ਕਾਰਨ ਸਾਨੂੰ ਪੜ੍ਹਨ ਦੇ ਵਿੱਚ ਔਖਿਆਈ ਆਉਂਦੀ ਹੈ। ਕੁਝ ਪੈਰਾਂ 'ਚ ਲੱਗੀਆਂ ਹੋਈਆਂ ਮਾਤਰਾ ਜਾਂ ਸ਼ਬਦ ਦੇ ਅਖੀਰ 'ਤੇ ਲੱਗੀ ਹੋਈ ਟਿੱਪੀ, ਉਹਦਾ ਵੀ ਉਚਾਰਨ ਕਰਦਿਆਂ ਅਕਸਰ ਪਰੇਸ਼ਾਨੀ ਹੁੰਦੀ ਹੈ, ਨਹੀਂ ਪਤਾ ਲੱਗਦਾ। ਸੋ ਵਿਚਾਰ ਕਰਦਿਆਂ ਆਪਾਂ ਨਾਲ ਦੀ ਨਾਲ ਉਚਾਰਨ ਨੂੰ ਵੀ ਹੁਣ ਤੱਕ ਸਮਝਣ ਦਾ ਯਤਨ ਕੀਤਾ ਹੈ, ਤਾਂ ਕਿ ਬਾਣੀ ਨੂੰ ਆਪਾਂ ਸ਼ੁੱਧ ਅਤੇ ਸਪਸ਼ਟ ਤਰੀਕੇ ਦੇ ਨਾਲ ਪੜ੍ਹ ਸਕੀਏ, ਸਮਝ ਸਕੀਏ, ਬਾਣੀ ਦਾ ਆਨੰਦ ਮਾਣ ਸਕੀਏ। ਹਾਲਾਂਕਿ ਵੇਖੋ, ਗੁਰੂ ਕੀ ਬਾਣੀ ਅਗਾਧ ਬੋਧ ਹੈ, ਇਹ ਕੋਈ ਅਖੀਰ ਅੰਤ ਨਹੀਂ ਹੈ ਜੋ ਕਿਸੇ ਵੀ ਕਹਿ ਦਿੱਤਾ। ਇਹ ਤਾਂ ਗੁਰੂ ਆਪ ਜਿੰਨੀ ਕੁ ਮੱਤ ਸੁਮੱਤ ਬਖਸ਼ਦਾ ਹੈ, ਉਸ ਮੱਤ ਮੁਤਾਬਕ ਆਪਾਂ ਗੁਰੂ ਕੀ ਬਾਣੀ ਦੀ ਵਿਚਾਰ ਕਰਦੇ ਹਾਂ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਪਰੇ ਤੋਂ ਪਰੇ ਹੈ। ਸੋ ਸਹਿਸਕ੍ਰਿਤੀ ਦੇ 67 ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ, 4 ਸ਼ਲੋਕ ਗੁਰੂ ਨਾਨਕ ਸਾਹਿਬ ਦੇ, ਇੱਦਾਂ 71 ਸ਼ਲੋਕਾਂ ਦੀ ਵਿਚਾਰ ਪਿਛਲਿਆਂ ਦਿਨਾਂ 'ਚ ਆਪਾਂ ਕੀਤੀ ਹੈ, ਔਰ ਨਾਲ ਦੀ ਨਾਲ ਸਮੁੱਚੀ ਆਪਾਂ ਰਿਕਾਰਡਿੰਗ ਵੀ ਕੀਤੀ ਹੈ। ਔਰ ਜਿਵੇਂ ਪਹਿਲਾਂ ਵੀ ਆਪ ਜੀ ਨੂੰ ਬੇਨਤੀਆਂ ਕੀਤੀਆਂ ਸਨ ਕਿ ਜੇ ਆਪ ਜਦੋਂ ਵੀ ਚਾਹੋ, ਹੁਣ ਉਹ ਸਾਰੀ ਬਾਣੀ ਦੀ ਵਿਚਾਰ YouTube 'ਤੇ ਅਪਲੋਡ ਕਰ ਦਿੱਤੀ ਗਈ ਹੈ। ਪਵਿੱਤਰ ਬੋਲ ਚੈਨਲ ਹੈ, ਜਿੱਥੋਂ ਵੀ ਆਪ ਜੀ ਨੇ ਬਾਣੀ ਦੀ ਵਿਚਾਰ ਦੁਬਾਰਾ ਸੁਣਨੀ ਹੈ, ਉਹ ਆਪ ਜੀ ਸੁਣ ਸਕਦੇ ਹੋ, ਬਾਣੀ ਦਾ ਆਨੰਦ ਮਾਣ ਸਕਦੇ ਹੋ। ਇੱਦੋਂ ਅੱਗੇ ਗਾਥਾ ਨਾਮਕ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 1360 ਅੰਗ ਤੋਂ ਇਸ ਬਾਣੀ ਦੀ ਆਰੰਭਤਾ ਹੁੰਦੀ ਹੈ,
ਤੇ ਗਾਥਾ ਸ਼ਬਦ ਵੈਸੇ ਤੇ ਇਸ ਸ਼ਬਦ ਦਾ ਅਰਥ ਹੈ ਕਥਾ, ਜਾਂ ਆਮ ਤੌਰ 'ਤੇ ਗਾਥਾ ਸ਼ਬਦ ਕੋਈ ਛੋਟੀ ਸੰਖੇਪ ਕਹਾਣੀ ਹੋਵੇ, ਘਟਨਾ ਹੋਵੇ, ਉਹਦੇ ਲਈ ਵੀ ਗਾਥਾ ਸ਼ਬਦ ਵਰਤਿਆ ਜਾਂਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ, ਜਿਨ੍ਹਾਂ ਨੇ ਸਮੁੱਚੀ ਬਾਣੀ ਦਾ ਟੀਕਾ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦਰਪਣ 10 ਭਾਗਾਂ ਦੇ ਵਿੱਚ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਵੱਲੋਂ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਟੀਕ ਤੇ ਨਾਮ ਹੈ ਗੁਰੂ ਗ੍ਰੰਥ ਸਾਹਿਬ ਦਰਪਣ। ਉਹ ਇਸ ਬਾਣੀ ਦੇ ਆਰੰਭ ਦੇ ਵਿੱਚ ਲਿਖਦੇ ਹਨ ਕਿ ਇਹ ਅਸਲ ਦੇ ਵਿੱਚ ਇੱਕ ਪ੍ਰਾਚੀਨ ਪ੍ਰਾਕਿਰਤ ਭਾਸ਼ਾ ਹੈ ਗਾਥਾ, ਜਿਹਦੇ 'ਚ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਵੀ ਹਨ, ਪਾਲੀ ਭਾਸ਼ਾ ਦੇ ਸ਼ਬਦ ਤੇ ਹੋਰ ਕੁਝ ਭਾਸ਼ਾਵਾਂ ਦੇ ਜਿਹੜੇ ਸ਼ਬਦ ਹਨ ਉਹ ਇਸ ਗਾਥਾ ਭਾਸ਼ਾ ਦੇ ਵਿੱਚ ਹਨ। ਤੇ ਉਹਨਾਂ ਨੇ ਇੱਕ ਗ੍ਰੰਥ ਦਾ ਨਾਮ ਵੀ ਲਿਖਿਆ ਹੈ ਲਲਿਤ ਵਿਸਥਾਰ। ਇਹ ਆਦਿਕ ਬੌਧ ਧਰਮ ਗ੍ਰੰਥ ਹੈ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਮੁਤਾਬਕ ਇਸ ਗਾਥਾ ਭਾਸ਼ਾ ਦੇ ਵਿੱਚ ਹੀ ਲਿਖਿਆ ਹੋਇਆ ਹੈ। ਪਰ ਬਹੁਤੇ ਵਿਦਵਾਨ ਇਸ ਗਾਥਾ ਸ਼ਬਦ ਦਾ ਜੋ ਅਰਥ ਹੈ ਉਹ ਕਥਾ ਕਰਦੇ ਹਨ ਜਾਂ ਉਸਤਤ ਸਿਫਤ ਸਲਾਹ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਇਹ ਗਾਥਾ ਬਾਣੀ, ਇਹਦੇ 24 ਸ਼ਲੋਕ ਹਨ, 2-2 ਪੰਕਤੀਆਂ ਦੇ ਸ਼ਲੋਕ ਹਨ। ਆਪਾਂ ਯਤਨ ਕਰਾਂਗੇ ਰੋਜ਼ਾਨਾ 4 ਸ਼ਲੋਕ ਪੜ੍ਹਾਂਗੇ, ਵਿਚਾਰਾਂਗੇ, ਤਾਂ ਕਿ 5-6 ਦਿਨਾਂ ਦੇ ਵਿੱਚ ਫਿਰ ਇਹ ਬਾਣੀ ਦੀ ਵਿਚਾਰ ਸੰਪੂਰਨ ਹੋਏਗੀ। ਆਰੰਭ ਦੇ ਵਿੱਚ ਛੋਟੇ ਰੂਪ ਦੇ ਵਿੱਚ ਮੰਗਲ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ। ਓੰਕਾਰ ਦਾ ਭਾਵ ਹੈ ਉਹ ਸਰਬ ਵਿਆਪਕ ਹੈ, ਸਾਰਿਆਂ 'ਚ ਵਸਦਾ ਹੈ। ਗੁਰਮਤਿ ਨੇ ਇੱਕ ਦਾ ਸਿਧਾਂਤ ਦਿੱਤਾ ਹੈ, ਇੱਕ ਪਰ ਵਸ ਸਾਰਿਆਂ 'ਚ ਰਿਹਾ ਹੈ। ਹੁਣ ਆਪਾਂ ਕਵਾਂਗੇ ਇੱਕ ਤਾਂ ਇੱਕੋ ਥਾਂ 'ਤੇ ਹੀ ਹੋ ਸਕਦਾ, ਸਾਰੀਆਂ ਥਾਵਾਂ 'ਤੇ ਕਿੱਦਾਂ ਹੋਵੇਗਾ, ਜਾਂ ਬਹੁਤੀਆਂ ਥਾਵਾਂ 'ਤੇ ਇੱਕ ਕਿੱਦਾਂ ਹੋ ਸਕਦਾ ਹੈ। ਉਹਦਾ ਉੱਤਰ ਵੀ ਗੁਰੂ ਸਾਹਿਬ ਨੇ ਬਾਣੀ 'ਚ ਦਿੱਤਾ ਹੈ। ਬੜਾ ਪਿਆਰਾ ਉਹ ਸਤਿਗੁਰਾਂ ਦਾ ਬਚਨ ਹੈ। ਕਹਿੰਦੇ ਤੁਸੀਂ ਧਰਤੀ 'ਤੇ ਸੈਂਕੜੇ ਜਾਂ ਹਜ਼ਾਰਾਂ ਘੜੇ ਪਾਣੀ ਦੇ ਭਰ ਕੇ ਰੱਖ ਦਵੋ, ਅਸਮਾਨ 'ਚ ਚੰਦਰਮਾ ਇੱਕ ਹੈ। ਹੁਣ ਧਰਤੀ 'ਤੇ ਹਜ਼ਾਰਾਂ ਜਾਂ ਲੱਖਾਂ ਜਾਂ ਕਰੋੜਾਂ ਵੀ ਘੜੇ ਪਾਣੀ 'ਚ ਰੱਖ ਦਵੋ, ਉੱਚੀ ਜਗ੍ਹਾ 'ਤੇ ਚੜ੍ਹ ਕੇ ਵੇਖੋ, ਸਾਰਿਆਂ ਘੜਿਆਂ ਦੇ ਵਿੱਚ ਚੰਦਰਮਾ ਦਿਸੇਗਾ। ਹੁਣ ਇਹ ਨਹੀਂ ਕਿ ਚੰਦਰਮਾ ਹਜ਼ਾਰਾਂ ਹਨ ਜਾਂ ਚੰਦਰਮਾ ਲੱਖਾਂ ਹਨ ਜਾਂ ਕਰੋੜਾਂ ਹਨ ਤਾਂ ਕਰਕੇ ਕਰੋੜਾਂ ਘੜਿਆਂ 'ਚ ਦਿਸ ਰਿਹਾ ਹੈ। ਚੰਦਰਮਾ ਇੱਕ ਹੈ, ਇੱਕ ਹੋਣ ਦੇ ਬਾਵਜੂਦ ਵੀ ਉਹ ਹਰ ਘੜੇ ਦੇ ਅੰਦਰ ਮੌਜੂਦ ਹੈ। ਮਹਾਰਾਜ ਕਹਿੰਦੇ ਹੱਬ ਸਮਾਣੀ ਜੋਤ ਜੋ ਜਲ ਘਟਾਊ ਚੰਦਰਮਾ। ਇਸੇ ਤਰ੍ਹਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਜੋ ਜੋਤ ਹੈ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ। ਜਿਵੇਂ ਧਰਤੀ 'ਤੇ ਪਏ ਹੋਏ ਸੈਂਕੜੇ ਘੜਿਆਂ ਦੇ ਵਿੱਚ ਚੰਦਰਮਾ ਉਹਦਾ ਪ੍ਰਤੀਬਿੰਬ, ਉਹਦਾ ਪਰਛਾਵਾਂ ਹੁੰਦਾ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਹੁਣ ਸਾਨੂੰ ਨਹੀਂ ਦਿਸਦੀ ਵੇਖੋ ਜੋਤ, ਉਹ ਕਿਸੇ ਦੂਜੇ ਅੰਦਰ ਜੋਤ ਆਪਾਂ ਕੀ ਵੇਖਣੀ, ਸਾਨੂੰ ਤੇ ਆਪਣੇ ਅੰਦਰ ਵਸਦੀ ਹੋਈ ਜੋਤ ਦਾ ਵੀ ਪਤਾ ਨਹੀਂ ਲੱਗਦਾ ਹੈ। ਜੇ ਪਤਾ ਹੋਵੇ ਬੰਦੇ ਨੂੰ ਕਿ ਮੇਰੇ ਅੰਦਰ ਤੇ ਰੱਬ ਬੈਠਾ ਹੈ, ਤੇ ਜਿਹੜੇ ਸਰੀਰ ਅੰਦਰ ਰੱਬ ਦੀ ਜੋਤ ਬੈਠੀ ਹੈ, ਫਿਰ ਉਹ ਸਰੀਰ ਨੂੰ ਬੰਦਾ ਨਸ਼ਿਆਂ ਦੇ ਨਾਲ ਥੋੜਾ ਭਰੇਗਾ। ਉਹ ਸਰੀਰ ਦੇ ਅੰਦਰ ਬੰਦਾ ਨਿੰਦਿਆ ਚੁਗਲੀ ਥੋੜਾ ਭਰੇਗਾ ਜੇ ਸਮਝ ਲੱਗ ਜਾਵੇ ਕਿ ਮੇਰੇ ਅੰਦਰ ਉਹਦੀ ਜੋਤ ਵਰਤ ਰਹੀ ਹੈ। ਮਹਾਰਾਜ ਕਹਿੰਦੇ ਜੋਤ ਉਹਦੀ ਸਭ ਅੰਦਰ ਵਰਤਦੀ ਹੈ। ਉਸ ਜੋਤ ਦਾ ਪਤਾ ਕਿਵੇਂ ਲੱਗ ਸਕਦਾ ਹੈ? ਆਪਣੇ ਅੰਦਰ ਜੋਤ ਨੂੰ ਵੇਖੀਏ, ਸਾਰਿਆਂ ਅੰਦਰ ਜੋਤ ਨੂੰ ਵੇਖੀਏ, ਉਸ ਚੀਜ਼ ਦਾ ਪਤਾ ਕਿੱਦਾਂ ਲੱਗ ਸਕਦਾ ਹੈ? ਉਹ ਸਤਿਗੁਰੂ ਨੇ ਸਮਝਾਇਆ। ਆਪਾਂ ਰੋਜ਼ ਪੜ੍ਹਦੇ ਹਾਂ, ਨਹੀਂ ਸਮਝਦੇ, ਗੱਲ ਵੱਖਰੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ
सो आरती होए। साखी का भाव है सिक्ख्या, उपदेश, गुरु की मत। गुरु की मत, गुरु की सिक्ख्या, उपदेश सदका वो अंदर वरतदी जोत की समझ पैंदी है। कि जदों समझ पैंदी है फिर पता लगता है कि उसकी आरती कोई थाली लैके करन की लोड़ नहीं, उसकी आरती तो अपने आप ही उसकी कुदरत कर रही है। सो खैर कहण का भाव कि महाराज कहते उसकी जोत सारियां अंदर वसदी है, वो एक है। एको है भाई, एको है साहिब मेरा, एको है सतनाम, एक ओंकार, सतगुर प्रसाद। सत का भाव है वो हमेशा रहन वाला है, थिर है, खत्म होने वाला नहीं है पी होसी जाए न जासी रचना जिन रचाई, वो मौत तो रहत है। सत हमेशा रहन वाला है। ते गुरु की कृपा, गुरु की बख्शिश ते गुरु की रहमत कृपा सदका अकाल पुरख वाहिगुरु का मिलाप प्राप्त हुंदा है। प्रसाद शब्द बारे आपां पहलां भी विचार कर चुके हाँ कि एक शब्द है प्रसाद ददे दे औंकड़, एक है प्रसाद ददे दे सिहारी। काम क्रोध अर लोभ मोह बिनस जाए अहमेव, नानक प्रभ सरनागति कर प्रसाद गुरदेव। प्रसाद किरपा, ते जिथे प्रसाद दे ददे दे औंकड़ है उथे है किरपा नाल, सॉरी जिथे सिहारी लगी है उहदा भाव है किरपा राही, ते जिथे कली प्रसाद दे औंकड़ है उहदा भाव है किरपा। उहदी किरपा द्वारा गुरप्रसाद दे ससे ददे दे सिहारी, इहदा भाव उहदी किरपा द्वारा वो सत अकाल पुरख वाहिगुरु का मिलाप हासिल होंदा है। किहदी किरपा द्वारा? गुर, गुरु की किरपा द्वारा। इदों अगे सतगुरु बाणी की आरंभता करते हैं। महला पंजवां गाथा, पंजवें पातशाह गुरु अर्जन देव जी महाराज जी की पाक पावन रसना तो उचारण है। ये बाणी जिथे महला पहला आवेगा उहदा भाव गुरु नानक साहब की उचारण की, जिथे महला दूजा है उहदा भाव दूजे गुरु गुरु अंगद साहब, जिथे महला तीजा है तीजे गुरु, महला चौथा चौथे गुरु, पंजवां पंजवें गुरु जां नौवां ते नौवें गुरु की बाणी। महाराज कहते करपूप करपूर पोहप सुगंधा परस मनुख्या देहंग मलीणं। करपूर का भाव है कपूर आदक सुगंधी वाले पदार्थ। पोहप का भाव भी है पुष्प फुल आदक सुगंधी वाले पदार्थ। कई तरह के सुगंधी वाले पदार्थ अज दे समय च परफ्यूम सेंट आदक असी अपने शरीर ते लगाउंदे हाँ, कपड़ियां ते लगाउंदे हाँ ताकि सुगंधी होए, सुगंधी महसूस होवे। सतगुरु सच्चे पातशाह कहते ये मनुखा काया की वेखो हालत की है, जेड़े शरीर ते बंदा बड़ा गर्व बड़ा हंकार करता है। तरह तरह के सुगंधी वाले पदार्थ मनुख इस अपने शरीर दे उपर छिड़कदा है। जिन्नी देर तक वो परफ्यूम साडे शरीर ते नहीं लग्या, बोतल च पिया है, शीशी च है, भावें महीना पिया रहे, 2 महीने 6 महीने पिया रहे, जदों मर्जी उहनूं आपां कढदे हां ते उहदे चों सुगंधी आउंदी है। पर उही परफ्यूम जदों साडे शरीर ते सुगंधी वाला पदार्थ लग गया, उदों बाद की हुंदा, कुछ समय की खेड हुंदी है, फिर वो दुर्गंधी च बदल जाता है। 12 महीनों बदी प्यारिया फिर भी उहदी सुगंधी खत्म नहीं हुई, पर इस शरीर ते वो सुगंधी वाला पदार्थ लग्या, उहदी सुगंधी खत्म हो गई, वो दुर्गंधी च बदल गई। महाराज कहते करपूर पोहप सुगंधा परस मनुख्या देहंग मलीणं। मनुख की इस मलीन काया मलीन शरीर दे नाल वेखो सुगंधी वाले पदार्थ स्पर्श करते हैं तो दुर्गंधी च बदल जाते हैं। ये तो केवल बाहर की गल है ना, बल्कि महाराज सच्चे पातशाह आसा दी वार अंदर ते अंदर की गल करदियां भी बिल्कुल इस तरह का प्रमाण देंदे हैं। कहते जिन्नी देर वो पदार्थ बाहर सन बड़े सोहने सन, शरीर दे अंदर चले गए तो वह गंदगी का रूप धारण कर गए। अन्न देवता, पानी देवता,
ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਘਿਰਤ ਤਾਂ ਹੋਆ ਪਾਕ ਪਵਿੱਤ। ਬਾਹਰ ਬਹੁਤ ਸੋਹਣਾ ਭੋਜਨ ਤਿਆਰ ਹੋ ਗਿਆ, ਉਹਦੇ 'ਚੋਂ ਸੁਗੰਧੀਆਂ ਉੱਠਦੀਆਂ, ਆਂਢੀਆਂ ਗਵਾਂਢੀਆਂ ਨੂੰ ਵੀ ਪਤਾ ਲੱਗ ਜਾਂਦਾ ਕਿ ਅੱਜ ਇਹਨਾਂ ਨੇ ਕੀ ਬਣਾਇਆ, ਕਿਉਂਕਿ ਭੋਜਨ 'ਚੋਂ ਸੁਗੰਧੀ ਬੜੀ ਉੱਠ ਰਹੀ ਹੈ, ਤਰ੍ਹਾਂ ਤਰ੍ਹਾਂ ਦੇ ਮਸਾਲੇ ਉਹਦੇ 'ਚ ਪਾਏ ਨੇ। ਉਹ ਵੇਖਣ ਨੂੰ ਵੀ ਬੜਾ ਸੋਹਣਾ ਲੱਗਦਾ ਹੈ, ਉਹ ਖਾਣ ਨੂੰ ਵੀ ਬੜਾ ਸੋਹਣਾ ਲੱਗਦਾ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਘਿਰਤ ਤਾਂ ਹੋਵਾ ਪਾਕ ਪਵਿੱਤ। ਮਹਾਰਾਜ ਕਹਿੰਦੇ ਐਨ ਸੋਹਣਾ ਪਾਵਨ ਪਵਿੱਤਰ ਉਹ ਸਵਾਦਿਸ਼ਟ ਪਦਾਰਥ ਬਣ ਗਿਆ। ਉਦੋਂ ਬਾਅਦ ਕੀ ਹੋਇਆ, ਆਪਾਂ ਉਸ ਸੋਹਣੇ ਪਕਵਾਨ ਨੂੰ, ਪਦਾਰਥ ਨੂੰ, ਭੋਜਨ ਨੂੰ ਖਾਧਾ, ਉਹ ਹੁਣ ਸਾਡੇ ਸਰੀਰ ਦੇ ਅੰਦਰ ਚਲਾ ਗਿਆ। ਤੇ ਜਦੋਂ ਉਹ ਪਦਾਰਥ ਸਰੀਰ ਦੇ ਅੰਦਰ ਚਲਾ ਜਾਂਦਾ, ਜੋ ਵੀ ਅੰਦਰ ਜਾਂਦਾ ਹੈ, ਫਿਰ ਉਹ ਗੰਦਗੀ ਦੇ ਰੂਪ 'ਚ, ਵਿਸ਼ਟਾ ਦੇ ਰੂਪ ਦੇ ਵਿੱਚ ਕਨਵਰਟ ਹੋ ਗਿਆ, ਬਦਲ ਹੋ ਗਿਆ। ਮਹਾਰਾਜ ਕਹਿੰਦੇ ਪੰਜਵਾਂ ਪਾਇਆ ਘਿਰਤ ਤਾਂ ਹੋਵਾ ਪਾਕ ਪਵਿੱਤ। ਪਾਪੀ ਸਿਉ ਤਨ ਗੱਡਿਆ, ਇਹ ਪਾਪੀ ਸਰੀਰ ਅੰਦਰ ਜਦੋਂ ਉਹ ਚੀਜ਼ ਗਈ ਜਿਹੜੀ ਬੜੀ ਸਵਾਦਿਸ਼ਟ ਸੀ, ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਉਹ ਗੰਦਗੀ ਵਿਸ਼ਟਾ ਬਣ ਗਈ, ਜਿਹਦੇ ਵੱਲ ਫਿਰ ਸਾਰੇ ਥੁੱਕਦੇ ਹਨ। ਉੱਥੇ ਮਹਾਰਾਜ ਕਹਿੰਦੇ ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮੈ ਰਸ ਖਾਹੇ, ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਏ। ਜਿਹੜੇ ਰੱਬ ਦੀ ਬੰਦਗੀ ਇਬਾਦਤ ਭੁਲਾ ਕੇ ਜਿਉਂਦੇ ਨੇ, ਉਹਨਾਂ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੁੰਦੀ ਹੈ। ਹਰ ਕੇ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ, ਮੇਘ ਬਿਨਾ ਜੋ ਖੇਤੀ ਜਾਏ। ਇੱਥੇ ਸਤਿਗੁਰੂ ਬਾਹਰ ਦੀ ਗੱਲ ਕਰ ਰਹੇ ਹਨ। ਵੇਖੋ ਹੁਣ ਇਹ ਸਰੀਰ, ਗੱਲ ਸਤਿਗੁਰੂ ਕਰ ਰਹੇ ਨੇ ਕਿ ਬੰਦਾ ਹੰਕਾਰ ਬੜਾ ਕਰਦਾ ਹੈ ਮੇਰੇ ਸਰੀਰ ਦਾ, ਆਪਣੇ ਸਰੀਰ ਦਾ, ਆਪਣੇ ਤਨ ਦਾ, ਆਪਣੀ ਸੁੰਦਰਤਾ ਦਾ, ਆਪਣੀ ਤਾਕਤ ਦਾ। ਪਰ ਗੁਰੂ ਕਹਿੰਦੇ ਵੇਖ ਇਹ ਹੈ ਕੀ ਹੈ, ਇਹਦੇ ਅੰਦਰ ਕੁਝ ਜਾਂਦਾ ਉਹ ਗੰਦਗੀ 'ਚ ਬਦਲ ਗਿਆ, ਇਹਦੇ ਬਾਹਰ ਕੁਝ ਲੱਗਦਾ ਉਹ ਗੰਦਗੀ 'ਚ ਬਦਲ ਗਿਆ। ਕਰਪੂਰ ਪੋਹਪ ਸੁਗੰਧਾ, ਪਰਸ ਮਨੁਖਿਆ ਦੇਹੰ ਮਲੀਨੰ, ਮਜਾ ਰੁਦਰ ਦੁਰਗੰਧਾ, ਨਾਨਕ ਅਤ ਗਰਬੇਣ ਅਗਿਆਨਣੋ। ਕਹਿੰਦੇ ਇਹਦੇ ਅੰਦਰ ਕੀ ਹੈ, ਮਿੱਝ ਹੈ, ਖੂਨ ਹੈ, ਇੱਦਾਂ ਹੋਰ ਕਈ ਪ੍ਰਕਾਰ ਦੀ ਦੁਰਗੰਧੀ ਤੇਰੇ ਸਰੀਰ ਦੇ ਅੰਦਰ ਹੈ, ਪਰ ਤੂੰ ਅਤ ਗਰਬੇਣ ਅਗਿਆਨਣੋ, ਅਗਿਆਨੀ ਬੰਦਾ ਇਹਦਾ ਬਹੁਤ ਬਹੁਤ ਗਰਬ ਕਰਦਾ ਹੈ, ਹੰਕਾਰ ਕਰਦਾ ਹੈ ਆਪਣੇ ਸਰੀਰ ਦਾ। ਕਿਹੜੇ ਸਰੀਰ ਦਾ, ਜਿਹੜੇ ਸੁਗੰਧੀ ਵਾਲੇ ਪਦਾਰਥਾਂ ਨੂੰ ਵੀ ਦੁਰਗੰਧੀ 'ਚ ਬਦਲ ਦਿੰਦੇ ਨੇ, ਤੇ ਸੋਹਣੇ ਸੋਹਣੇ ਪਕਵਾਨਾਂ ਨੂੰ ਵੀ ਜਿਹੜਾ ਸਰੀਰ ਗੰਦਗੀ 'ਚ ਬਦਲ ਦਿੰਦਾ, ਉਹਦਾ ਬੰਦਾ ਹੰਕਾਰ ਕਰ ਰਿਹਾ ਹੈ, ਗਰਬ ਕਰ ਰਿਹਾ ਹੈ। ਇਸ ਕਰਕੇ ਗੁਰੂ ਕਹਿੰਦੇ ਇਸ ਝੂਠੀ ਕਾਇਆ, ਇਸ ਮਿੱਥਿਆ ਤਨ ਦਾ ਹੰਕਾਰ ਨਾ ਕਰਿਆ ਕਰ, ਭਾਵੇਂ ਤੇਰੇ ਕੋਲ ਸੁੰਦਰਤਾ ਹੈ, ਭਾਵੇਂ ਤੇਰੇ ਕੋਲ ਤਾਕਤ ਹੈ। ਇਦੋਂ ਅੱਗੇ ਦੂਜੇ ਸਲੋਕ 'ਚ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਹਨ, ਪਰਮਾਣੋ ਪਰਜੰਤ ਆਕਾਸ਼ੈ, ਦੀਪ ਲੋ ਸੇ ਖੰਡਣ। ਇਸ ਸਲੋਕ ਅੰਦਰ ਮਹਾਰਾਜ ਕਹਿੰਦੇ ਬਾਹਰੀ ਤੌਰ 'ਤੇ ਕਿਸੇ ਦੇ ਕੋਲ ਬਹੁਤ ਜ਼ਿਆਦਾ ਤਾਕਤ ਕਿਸੇ ਨੂੰ ਪ੍ਰਾਪਤ ਹੋ ਜਾਏ, ਪੁਰਾਣੇ ਸਮਿਆਂ 'ਚ ਰਿੱਧੀਆਂ ਸਿੱਧੀਆਂ ਨਿੱਧੀਆਂ ਕਰਾਮਾਤਾਂ ਆਦਿਕ ਕਿਹਾ ਜਾਂਦੀਆਂ ਸਨ। ਅੱਜ ਦੇ ਸਮੇਂ 'ਚ ਆਪਾਂ ਕਹਿ ਸਕਦੇ ਹਾਂ ਕਿ ਕੋਈ ਵਿਗਿਆਨ ਸਾਇੰਸ ਬਹੁਤ ਜ਼ਿਆਦਾ ਤਰੱਕੀ ਕਰ ਲਵੇ, ਭਾਵ ਬਾਹਰ ਦੀ ਤਰੱਕੀ ਬਹੁਤ ਬਹੁਤ ਜ਼ਿਆਦਾ ਕੋਈ ਮਨੁੱਖ ਕਰ ਲਵੇ, ਪਰ ਫਿਰ ਵੀ ਸਤ ਸੰਗਤ, ਗੁਰੂ ਗਿਆਨ, ਬੰਦਗੀ, ਧਰਮ ਤੋਂ ਬਿਨਾਂ ਉਹਦਾ ਉਧਾਰ ਨਹੀਂ ਹੈ, ਭਾਰ ਉਤਾਰਾ ਨਹੀਂ ਹੈ। ਇਹ ਵਿਚਾਰ ਸਤਿਗੁਰੂ ਨੇ ਇਸ ਸਲੋਕ ਅੰਦਰ ਸਮਝਾਈ ਹੈ। ਇੱਕ ਜਗ੍ਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਹੈ, ਕਹਿੰਦੇ ਪਹਿਰਾ ਅਗਨ ਹਿਵੈ ਕਰ ਬਾਂਧਾ, ਭੋਜਨ ਸਾਰ ਕਰਾਈ। ਮੈਂ ਇੰਨਾ ਤਾਕਤ ਵਾਲਾ ਹੋ ਜਾਵਾਂ ਕਿ ਅੱਗ ਦੇ ਬਣੇ ਹੋਏ ਕੱਪੜੇ ਪਹਿਨਣ ਦੇ ਸਮਰੱਥ ਹੋ ਜਾਵਾਂ, ਜਾਂ ਕੋਈ ਬੰਦਾ ਇੰਨਾ ਤਾਕਤ ਵਾਲਾ ਹੋ ਜਾਏ ਕਿ ਅੱਗ ਦੇ ਬਣੇ ਹੋਏ ਕੱਪੜੇ ਪਹਿਨੇ, ਜਾਂ ਬਰਫ਼ ਦੇ ਘਰ ਦੇ ਵਿੱਚ ਉਹ ਰਵੇ। ਬਰਫ਼ ਹਿਵੈ ਘਰ ਬਾਂਧਾ, ਹਿਵੈ ਦਾ ਭਾਵ ਹੈ ਬਰਫ਼। ਬਰਫ਼ ਦੇ ਬਣੇ ਹੋਏ ਘਰ ਦੇ ਵਿੱਚ ਕੋਈ ਰਹਿਣ ਦੇ ਸਮਰੱਥ ਹੋ ਜਾਏ, ਇੰਨੀ ਬਾਹਰੀ ਤੌਰ 'ਤੇ ਉਹਦੇ ਕੋਲ ਤਾਕਤ ਹੋਵੇ। ਭੋਜਨ ਸਾਰ ਕਰਾਈ,
ਤੇ ਉਹਦਾ ਖਾਣਾ ਕੀ ਹੋਵੇ, ਲੋਹਾ ਖਾਂਦਾ ਹੋਵੇ, ਲੋਹਾ ਖਾਣ ਦੇ ਸਮਰੱਥ ਹੋ ਜਾਏ। ਸਗਲੇ ਦੁੱਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ। ਸਾਰੇ ਦੁੱਖ ਉਹ ਇੱਦਾਂ ਪੀ ਲਵੇ ਜਿੱਦਾਂ ਬੰਦਾ ਪਾਣੀ ਪੀਂਦਾ, 1 ਮਿੰਟ ਸਕਿੰਟ ਦੇ ਵਿੱਚ ਸਾਰੇ ਹੀ ਦੁੱਖ ਖਤਮ ਕਰ ਲਵੇ। ਧਰਤੀ ਨੂੰ ਵੀ ਉਹ ਆਪਣੇ ਅੱਗੇ ਲਗਾ ਕੇ ਇੱਦਾਂ ਤੋਰ ਲਵੇ ਜਿੱਦਾਂ ਲੋਕ ਪਸ਼ੂ ਤੋਰਦੇ, ਇੱਦਾਂ ਧਰਤੀ ਨੂੰ ਜਾਂ ਧਰਤੀ ਦੇ ਲੋਕਾਂ ਨੂੰ ਉਹ ਤੋਰ ਲਵੇ। ਧਰ ਤਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ। ਜਿਵੇਂ ਤੱਕੜੀ 'ਚ 2 ਚੀਜ਼ਾਂ ਪਾ ਕੇ ਬੰਦਾ ਤੋਲ ਲੈਂਦਾ, ਮਹਾਰਾਜ ਕਹਿੰਦੇ ਉਹ ਅੰਬਰ ਨੂੰ ਵੀ ਇੱਦਾਂ ਹੀ ਤੱਕੜੀ 'ਚ ਪਾ ਕੇ ਤੋਲਣ ਦੇ ਸਮਰੱਥ ਹੋ ਜਾਏ। ਇੱਕ ਪਾਸੇ ਵਟਾ, ਇੱਕ ਪਾਸੇ ਸਮਾਨ ਪਾਇਆ, ਤੋਲਣ ਦੀ ਤਾਕਤ ਉਹਦੇ ਕੋਲ ਆ ਜਾਏ। ਏਵੜ ਵੱਧਾ ਮਾਵਾ ਨਾਹੀ, ਸਭ ਸੈ ਨੱਥ ਚਲਾਈ। ਫਿਰ ਇੰਨਾ ਉਹ ਵੱਧ ਜਾਵੇ ਕਿ ਕਿਸੇ ਜਗ੍ਹਾ 'ਤੇ ਸਮਾ ਹੀ ਨਾ ਸਕੇ, ਤੇ ਸਾਰਿਆਂ ਨੂੰ ਇੱਦਾਂ ਉਹ ਆਪਣੇ ਹੁਕਮ ਦੇ ਵਿੱਚ ਚਲਾਈ ਫਿਰੇ, ਜਿਵੇਂ ਪਸ਼ੂ ਨੂੰ ਨੱਥ ਪਾ ਕੇ ਤੇ ਲੋਕ ਪਸ਼ੂ ਨੂੰ ਕਾਬੂ ਕਰਕੇ ਆਪਣੀ ਮਰਜ਼ੀ ਮੁਤਾਬਕ ਚਲਾਉਂਦੇ ਹਨ। ਏਵੜ ਵੱਧਾ ਮਾਵਾ ਨਾਹੀ, ਏਤਾ ਤਾਣ ਹੋਵੇ ਮਨ ਅੰਦਰ ਕਰੀ, ਪੀ ਆਖ ਕਰਾਈ। ਇੰਨੀ ਤਾਕਤ ਕਿਸੇ ਕੋਲ ਹੋ ਜਾਏ, ਬੰਦਾ ਜੋ ਚਾਹਵੇ ਉਹੀ ਕੁਝ ਕਰਵਾ ਸਕਦਾ ਹੋਵੇ। ਕਹਿਣ ਦਾ ਭਾਵ ਕਿ ਬਾਹਰ ਦੀ ਅੱਗੇ ਤੋਂ ਅੱਗੇ ਦੀ ਸਾਰੀ ਤਾਕਤ ਕਿਸੇ ਦੇ ਹੱਥ ਹੋ ਜਾਏ। ਜੇਵੜ ਸਾਹਿਬ ਤੇਵੜ ਦਾਤੀ, ਦੇ ਦੇ ਕਰੀ ਰਜਾਈ। ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਗੁਰੂ ਕਹਿੰਦੇ ਬਾਹਰ ਦੀ ਤਾਕਤ ਕਿਸੇ ਕੋਲ ਜਿੰਨੀ ਮਰਜ਼ੀ ਅੱਗੇ ਤੋਂ ਅੱਗੇ ਦੀ ਕਿਸੇ ਨੂੰ ਪ੍ਰਾਪਤ ਹੋ ਜਾਵੇ, ਪਰ ਅਸਲ ਦੇ ਵਿੱਚ ਪ੍ਰਵਾਨ ਕਬੂਲ ਕੌਣ ਹੈ? ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਜਿਹਦੇ ਤੇ ਵਾਹਿਗੁਰੂ ਦੀ ਨਦਰ ਹੈ ਤੇ ਜਿਹਦੇ ਕੋਲ ਸੱਚ ਨਾਮ ਦੀ ਵਡਿਆਈ ਹੈ, ਉੱਤਮ ਸ਼੍ਰੋਮਣੀ ਤੇ ਕਬੂਲ ਉਹੀ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਪਰਮਾਣੋ ਪਰਜੰਤ ਆਕਾਸ਼ੈ, ਦੀਪ ਲੋ ਸੇ ਖੰਡਣੈ। ਕੋਈ ਮਨੁੱਖ ਇੱਦਾਂ ਦੀ ਤਾਕਤ ਹੋਵੇ ਕਿ ਉਹ ਆਪਣੇ ਆਪ ਨੂੰ ਛੋਟਾ ਜਿਹਾ ਅਣੂ ਬਣਾ ਕੇ ਤੇ ਸਾਰੇ ਪਾਸੇ ਸਾਰੀ ਨਵਾਂ ਖੰਡਾਂ 'ਚ, ਦੀਪਾਂ 'ਚ, ਲੋਆਂ 'ਚ, ਪਹਾੜਾਂ ਦੀਆਂ ਚੋਟੀਆਂ ਤੱਕ ਉਹ ਪਹੁੰਚ ਜਾਵੇ, ਤੇ ਕਿੰਨੇ ਸਮੇਂ ਦੇ ਵਿੱਚ ਗਾਸ਼ੇਣ ਨੈਣ ਪਰੇਣ ਨਾਨਕ, ਬਿਨਾ ਸਾਧੂ ਨਾ ਸਿੱਧਿਆ। ਤੇ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਬੰਦਾ ਉੱਚੇ ਉੱਚੇ ਪਹਾੜਾਂ ਤੱਕ ਵੀ ਜਾ ਆਵੇ, ਵੱਖ-ਵੱਖ ਦੀਪਾਂ ਤੱਕ, ਦੇਸਾਂ ਪ੍ਰਦੇਸਾਂ, ਦੂਰ ਦੂਰ ਤੱਕ। ਹੁਣ ਵੇਖੋ ਅੱਜ ਸਾਡੇ ਕੋਲ ਤਾਕਤ ਹੈ। ਪਹਿਲਿਆਂ ਸਮਿਆਂ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣ ਦੇ ਲਈ ਸਾਧਨ ਨਹੀਂ ਸਨ, ਬੜਾ ਸਮਾਂ ਲੱਗਦਾ ਸੀ। ਅੱਜ ਸਾਧਨ ਹਨ, ਹਜ਼ਾਰਾਂ ਮੀਲਾਂ ਦਾ ਸਫ਼ਰ ਵੀ ਬੰਦਾ ਕੁਝ ਘੰਟਿਆਂ ਦੇ ਵਿੱਚ ਪੂਰਾ ਕਰ ਸਕਦਾ ਹੈ। ਪਹਿਲਾਂ ਕੁਝ ਮੀਲਾਂ ਦਾ ਸਫ਼ਰ ਵੀ ਬੰਦੇ ਨੂੰ ਦਿਨਾਂ ਦੇ ਵਿੱਚ ਕਰਨਾ ਪੈਂਦਾ ਸੀ। ਫਿਰ ਉਦੋਂ ਵੀ ਅੱਗੇ ਰਾਕਟ ਆਦਿਕ ਇੱਦਾਂ ਦੇ ਵਿਗਿਆਨ ਨੇ ਸਾਧਨ ਵਿਕਸਿਤ ਕਰ ਲਏ ਹਨ, ਜਿਹੜੇ ਬਹੁਤ ਜ਼ਿਆਦਾ ਤੇਜ਼, ਪ੍ਰਕਾਸ਼ ਤੋਂ, ਰੋਸ਼ਨੀ ਤੋਂ ਵੀ ਜ਼ਿਆਦਾ ਤੇਜ਼ ਚੱਲਣ ਵਾਲੇ ਸਾਧਨ ਮੌਜੂਦ ਹਨ। ਮਹਾਰਾਜ ਕਹਿੰਦੇ ਕੋਈ ਇੱਦੋਂ ਵੀ ਜ਼ਿਆਦਾ ਅੱਗੇ ਦੀ ਤਾਕਤ ਹਾਸਲ ਕਰ ਲਵੇ, ਖੰਡਾਂ ਬ੍ਰਹਿਮੰਡਾਂ 'ਚ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਉਹ ਪਹੁੰਚ ਸਕਦਾ ਹੋਵੇ, ਭਾਵ ਬਾਹਰ ਦੀ ਬੇਸ਼ੁਮਾਰ ਤਾਕਤ ਹੋਵੇ, ਪਰ ਯਾਦ ਰੱਖਣਾ ਨਾਨਕ ਬਿਨਾ ਸਾਧੂ ਨਾ ਸਿੱਧਿਆ। ਤੇ ਜਦੋਂ ਜੀਵਨ ਸਫਲਤਾ ਦੀ ਗੱਲ ਆਏਗੀ ਤੇ ਫਿਰ ਗੁਰੂ ਤੋਂ ਬਿਨਾ ਜੀਵਨ ਸਫਲਤਾ ਨਹੀਂ ਹੈ। ਗੁਰੂ ਤੋਂ ਬਿਨਾ ਪਾਰ ਉਤਾਰਾ ਨਹੀਂ ਹੈ, ਗੁਰੂ ਤੋਂ ਬਿਨਾ ਉਧਾਰ ਨਹੀਂ ਹੈ। ਬਾਹਰ ਦੀ ਕਿਸੇ ਕੋਲ ਜਿੰਨੀ ਮਰਜ਼ੀ ਤਾਕਤ ਹੋਵੇ, ਜਿਹੜਾ ਆਨੰਦ, ਜਿਹੜਾ ਸਕੂਨ, ਜਿਹੜਾ ਟਿਕਾ ਤੇ ਜਿਹੜਾ ਠਹਿਰਾ ਗੁਰੂ ਕੋਲ ਆ ਕੇ ਪ੍ਰਾਪਤ ਹੋਣਾ ਹੈ, ਉਹ ਬਾਹਰ ਦੀ ਸਾਇੰਸ, ਬਾਹਰ ਦਾ ਵਿਗਿਆਨ, ਬਾਹਰ ਦੀ ਅੱਗੇ ਤੋਂ ਅੱਗੇ ਦੀ ਤਾਕਤ ਵੀ ਕਿਸੇ ਨੂੰ ਨਹੀਂ ਦੇ ਸਕਦੀ ਹੈ। ਇੱਦੋਂ ਅੱਗੇ ਤੀਜੇ ਸ਼ਲੋਕ 'ਚ ਮਹਾਰਾਜ ਫਰਮਾਨ ਕਰਦੇ ਹਨ, ਜਾਣੋ ਸਤ ਹੋਵੰਤੋ ਮਰਨਾ, ਦ੍ਰਿਸ਼ਟੇਣ ਮਿਥਿਆ। ਇਸ ਚੀਜ਼ ਨੂੰ ਸੱਚ ਸਮਝੋ। ਕਿਹੜੀ ਨੂੰ? ਕਿ ਹੋਵੰਤੋ ਮਰਨਾ, ਜਿਹੜਾ ਮਰਨਾ ਹੈ ਉਹ ਸੱਚ ਹੈ। ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ ਹੀ ਪੈਣਾ ਹੈ। ਦ੍ਰਿਸ਼ਟੇਣ ਮਿਥਿਆ, ਜੋ ਵੀ ਆਪਾਂ ਇਹਨਾਂ ਅੱਖਾਂ ਦੇ ਨਾਲ ਵੇਖਦੇ ਹਾਂ, ਜੋ ਵੀ ਦਿਸ ਰਿਹਾ ਹੈ, ਉਹ ਸਭ ਮਿਥਿਆ ਹੈ, ਬਿਨਸਨਹਾਰ ਹੈ, ਨਾਸ਼ ਹੋਣ ਵਾਲਾ ਹੈ।
हर चीज़ का अपना अपना समा है। अपने समय के मुताबिक वस्तुआं पुरानियां खत्म होंदियां हन ते नवीआं क्रिएट होंदियां ने, नवीआं बनदियां। हर चीज़ भावें मनुख है, बनस्पति है, पेड़ पौधे हैं, पशु पंछी हैं, मरदे ने जिउंदे ने, मरदे ने जिउंदे ने। ये जिहड़ी कुदरत की क्रिया प्रक्रिया है ये लगातार चल रही है। इत्थे कोई थिर नहीं। कूड़ राजा, कूड़ प्रजा, कूड़ सब संसार, कूड़ मंडप, कूड़ माड़ी, कूड़ बैसनहार, कूड़ सोइना, कूड़ रूपा, कूड़ पहननहार। महाराज कहते हर चीज़ बिन सनहार है। नाश बादशाह, शाह व्यापारी, मरना जो दिसै सो कालक। ना समझे बंदा गल वखरी है। जिमें गुरु नानक महाराज सियालकोट जदों पहुँचे तो पीर हमजा गौस बड़ा हंकार च कि मैं सारे नगर नूं तबाह कर सुटांगा, क्योंकि इन्हां तों किसी ने वादा कीता सी पीर दे नाल ते ओह वादे तो मुकर गया सी। कहने लगा मैं सब नूं खत्म कर देना, सारा पिंड झूठियां दा है। सतगुरु गुरु नानक साहब ने पहली गल तो ये कही कि पीरां फकीरां दा काम तबाही करनी, उजाड़ना नहीं हुंदा है। उजाड़दे ते हंकारी गाफल लोग हन। पीरां फकीरां रब्बी बंदगी इबादत दे राह ते तुरन वाले साधु महात्मावां दा काम ते उजाड़ा नूं भी वसाउणा हुंदा है। तुसीं किहड़े कम्मी लगे हो? नहीं, कहण लगा ये लोग ये नगर झूठियां दा नगर है। महाराज कहण लगे इदां नहीं हुंदा कि सारी थां ते झूठे ही होण, जां इदां भी नहीं हुंदा कि सब थावां ते सारे सच्चे ही होण। कुदरत अंदर हर जगह ते हर तरह के लोग हुंदे ने, चंगे भी हुंदे ने, माड़े भी हुंदे हन। फर्क इन्ना है कि कई बार किसी जगह ते माड़ियां दी गिणती वध जांदी है, किसी जगह ते चंगियां दी गिणती वध जांदी है। समाज अंदर उतरा चढ़ा कदों आउंदे हन? जे चंगी बिरती वालियां दी गिणती वध गई है तो समाज चंगे पासे नूं तुर पिया, जे माड़े बिरती वालियां दी गिणती वध गई है तो समाज माड़े पासे नूं चल पैंदा है। क्योंकि समाज की है, साडे सारियां दा इकट्ठ ही समाज है। साडे इकट्ठ ही समाज, असीं ही समाज नूं नरक बनाउंदे हां, असीं ही समाज नूं स्वर्ग बनाउंदे हां। होर कोई दूजी ताकत इदां दी नहीं हुंदी है कि कोई होर कुदरत वरते ते सारे ही स्वर्ग बन जावे जां नरक बन जाए। किसी ने बड़ी प्यारी एक कहानी लिखी है। कहानी का मतलब पहला भी आपां कई बार विचारिया है कि कहा नहीं केवल समझण दे लई बनाईयां होईयां गाथावां हन कि आपां समझ सकीए। वो कहानी किसी ने की बनाई, वो कहिंदे कि स्वर्ग ते नरक दोवें नाल नाल ही सन। विच सी केवल एक कंध। कंध दे एक पासे नरक ते नरकां च रहण वाले लोग, एक पासे स्वर्ग ते स्वर्गां च रहण वाले लोग रहिंदे सन। ते अचानक की होया, किसी कारण करके वो विचकार वाली जिहड़ी कंध सी वो ढह गई, कंध डिग पई। ते हुण जिवें कंध डिगी ते एकदम जिन्ने नरकां वाले सन उन्हां ने कहा ते मौका इदों पहलां कंध बन जाए, जल्दी जल्दी स्वर्गां च चले जाओ। स्वर्गां च सारे स्वर्गां वाले पासे दौड़ पे ते हुण उधर भीड़ लग गई। जिहड़े उधर सानू अपने आप नूं बचाउंदियां बचाउंदियां कंध दे दूजे पासे हुंदे गए ते नरकां वाले पासे हुंदे गए। कंध बनाउण वाले कंध बना रहे हन। हुण जदों नूं उन्हां ने कंध बनाई ते होया कि नरकां वाले सारे कंध दे उधर चले गए जिधर स्वर्ग सी, ते स्वर्गां वाले सारे उधर चले गए जिधर नरक सी। कंध बन गई। कंध बनन तो बाद की होया, जिधर स्वर्ग सन वो नरक बन गया ते जिधर नरक सी वो स्वर्ग बन गए। क्योंकि जिन्हां दी पापी बिरती सी उन्हां ने स्वर्गां नूं भी नरक बना दिता ते जिन्हां दी चंगी बिरती सी उन्हां ने नरकां नूं भी स्वर्ग बना दिता। सो कहण दा भाव कि ये साडी बिरती है, साडे कर्म हन। असीं भावें साडा घर है, भावें साडा समाज है, वो साडे उपर है। जे असी चंगी बिरती दे नाल चंगे कर्म करदियां होया विचरदे हाँ, फिर समाज स्वर्ग है, समाज सोहना है। जे आपां माड़ी बिरती ते माड़े तरीके दे नाल विचरदे हाँ, भावें परिवार है भावें समाज है, फिर नरक है। वो साडी सोच दे नाल है, साडे कर्मां दे नाल है।
सो महाराज कहन लगे भाई कदे इदां नहीं हुंदा कि सारे किसी जगह ते सच्चे ही होण, जां इदां भी नहीं हुंदा कि किसी जगह ते सारे झूठे होण। चंगे माड़े बंदे हर जगह ते हर धर्म हर देश अंदर हुंदे हन। ना कहन लगा जी इत्थे कोई चंगा नहीं जे इत्थे ते सारे ही माड़े हन। सतगुरु कहन लगे फिर आपां वेख लैंदे हां, आपे सच सामने आ जाएगा। महाराज ने उत्थे फिर भाई मरदाने नूं भेजिया सी कि जा 1 पैसे दा सच 1 पैसे दा झूठ खरीद के लिया। भाई मरदाना गया, किसी नूं समझ ना आई कि सच ते झूठ किदां दईए। होर ते कई चीज़ां दुकानां ते बाज़ारां च सन, पर सच झूठ वाली कोई दुकान ही नहीं सी। इदां फिर भाई साहब मरदाना जी विचरदियां ते मूले की दुकान ते पहुँचे सन। भाई मूले ने 2 पैसे लए, कागज़ ते लिख दिता जिउणा झूठ मरना सच। भाई मरदाना वो कागज़ लैके गुरु नानक साहब दे कोल आए। महाराज ने वो कागज़ हमजा गौस नूं विखाया कि वेख इस नगर अंदर भी इदां दे लोग मौजूद हैं जिहड़े इस सच नूं समझदे हन ते जिन्हां नूं झूठ दी भी समझ है। जिउणा सच जिउणा झूठ ते मरना सच ये समझण वाले इत्थे भी मौजूद हैं। सो महाराज यही गल समझा रहे हैं कि जाणो सत होवंतों मरना। इस सच्चाई नूं सारे समझो कि एक ना एक दिन मरना ही मरना है। दृष्टेन मिथ्या, जो आपां वेखदे हां वो सब मिथ्या है, बिन सनहार है, नाश होने वाला है। कीरत साथ चलंथो भणंत नानक साध संगेण। हुण मनुख दे नाल की जांदा है, इस ये विचारां वेखो बाणी च वार वार रिपीट होंदियां ने। सतगुरु ने वार वार ये सच्चाइयां सानू समझाइयां हन। ये समझाउण दा मतलब यही है कि बंदा ये ना समझे कि मैं बहुता धन इकट्ठा कर लवां, पाप कर करके धन इकट्ठा करां ते शायद मेरे नाल जाएगा। महाराज कहंदे ये सारा कुछ इत्थे रह जाना, बाबा माया साथ ना होए। जाने ने तेरे कर्म ते करमी करमी होए। विचार तू कमा, पर चंगे कर्मां दे नाल कमा ते खा। जे माड़े कर्मां दे नाल कमावेंगा खावेंगा ये पदार्थ तां इत्थे ही रह जाणगे, पर कर्मां दा लेखा फिर तैनूं देना पवेगा। जिहा बीजा सो लुणा कर्मा संधड़ा खेत। गुरु कहंदे कीरत साथ चलंतो, वाहिगुरु दी कीर्ति नाल चलण वाली है। भणंत नानक साध संगेण। ते महाराज आखदे हन कि वो जिहड़ी कीर्ति बंदगी इबादत नाम धन नाल जाना वो कित्थों प्राप्त होना है? साध संगत चो, सत संगत चो वो कीर्ति दी नाम धन दी दात मिलती है। अगे 4 नंबर श्लोक च सतगुरु फरमान करते हैं, माया चित परमेण इष्ट मित्रेख बांधवै। माया मनुख दे चित नूं मन नूं भरमाउंदी है, भटकाउंदी है। मनुख मोह करके अत प्यारे मित्रां अत प्यारे संबंधियां दे नाल जुड़िया रहिंदा है। मायावी सांझ बना के पदार्थां दे नाल जुड़िया रहिंदा है। पर गुरु कहंदे चेते रखना ये माया तो किसी नूं सदीवी सुख नहीं मिलता है। अंदर दा टिका, अंदर दी शांति, अंदर दी तृप्ति पैसे दे नाल माया दे नाल कोई खरीद नहीं सकता। नहीं तो धनी धनवान अमीर लोग दुखी क्यों होण? पर सच ये है जो महाराज कहंदे वड्डे वड्डे जो दिसैं लोग तिनको व्यापै चिंता रोग। वो तो आम सधारण बंदे तो भी ज़्यादा चिंता च रहिंदे हन। जिस ग्रह बहुत तिसी ग्रह चिंता। ਇਹਦਾ मतलब कि ये गारंटी नहीं है कि जिहदे कोल 4 टके बहुते ते वो बंदा सुखी है। उन्नी उहदे अंदर तृष्णा ज़्यादा है, लोभ लालच ज़्यादा है, इच्छावां ते वासनावां ज़्यादा हैं। तो जदों बहुतियां वासनावां पूरीआं नहीं हुंदियां तो फिर बंदा दुखी है। वासना जदों भड़कदी है भटकदी है फिर मन अंदर चिंता वधदी है, बंदा दुखी हुंदा। घर बैठा बड़ा सुख दे विच है, पर आंढी गवांढी दा जदों इहने बहुता सुख वेख्या एकदम दुखी हो गया। एकदम दुख उन्ना बंदा अपने दुख तो दुखी नहीं हुंदा जिन्ना दूजे दे सुख तो दुखी हुंदा है, जिन्ना दूजे दे सुख तो दुखी हुंदा है।
ਸੋ ਇਹ ਇੱਕ ਵੱਡਾ ਕਾਰਨ ਹੈ ਕਿ ਅਸੀਂ ਆਪਣੇ ਆਪ ਦੇ ਵਿੱਚ ਨਹੀਂ ਜਿਉਂਦੇ ਹਾਂ, ਆਪਾਂ ਦੂਜਿਆਂ ਨੂੰ ਵੇਖ ਵੇਖ ਕੇ ਜਿਉਂਦੇ ਹਾਂ। ਜਿਹਨੇ ਆਪਣੇ ਆਪ ਦੇ ਵਿੱਚ ਜਿਉਣਾ ਸਿੱਖ ਲਿਆ ਉਹ ਫਿਰ ਐਵੇਂ ਇੱਧਰ ਉੱਧਰ ਦੂਜਿਆਂ ਨੂੰ ਵੇਖ ਕੇ ਦੁਖੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਮਾਇਆ ਪੈਸੇ ਧਨ ਦੇ ਨਾਲ ਆਪਾਂ ਸੁੱਖਾਂ ਦੇ ਸਾਧਨ ਖਰੀਦ ਸਕਦੇ ਹਾਂ, ਸੁੱਖ ਮਾਇਆ ਦੇ ਨਾਲ ਖਰੀਦੇ ਨਹੀਂ ਜਾ ਸਕਦੇ ਹਨ। ਦਵਾਈਆਂ ਬੰਦਾ ਖਰੀਦ ਸਕਦਾ ਹੈ, ਤੰਦਰੁਸਤੀ ਨਹੀਂ ਖਰੀਦੀ ਜਾ ਸਕਦੀ ਹੈ। ਸਵਾਸ ਨਹੀਂ ਖਰੀਦੇ ਜਾ ਸਕਦੇ ਹਨ, ਜ਼ਿੰਦਗੀ ਨਹੀਂ ਖਰੀਦੀ ਜਾ ਸਕਦੀ ਹੈ। ਜਿੰਨਾ ਮਰਜ਼ੀ ਧਨ ਕਿਸੇ ਦੇ ਕੋਲ ਹੋਵੇ, ਜੇ ਪੈਸੇ ਦੇ ਨਾਲ ਜ਼ਿੰਦਗੀ ਖਰੀਦੀ ਜਾ ਸਕਦੀ ਹੁੰਦੀ ਤੇ ਜ਼ਿੰਦਗੀ ਅਮੀਰਾਂ ਦੀਆਂ ਤਿਜੋਰੀਆਂ 'ਚ ਕੈਦ ਹੁੰਦੀ, ਉਹਨਾਂ ਦੇ ਕੋਲ ਹੁੰਦੀ। ਮਹਾਰਾਜ ਕਹਿੰਦੇ ਲਬਦਿਅੰਗ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ। ਉਹ ਇਬਾਦਤ ਪਰਮਾਤਮਾ ਦੇ ਭਜਨ ਦੀ ਜਿਹੜੀ ਦਾਤ ਹੈ, ਜਿਹਦੇ ਨਾਲ ਜੀਵਨ ਸੁਖੀ ਹੈ, ਉਹ ਦਾਤ ਸਾਧ ਸੰਗਤ 'ਚੋਂ ਪ੍ਰਾਪਤ ਹੁੰਦੀ ਹੈ। ਬਾਹਰ ਦੀ ਬਹੁਤ ਗਰੀਬੀ ਹੈ ਕਬੀਰ ਸਾਹਿਬ ਦੇ ਜੀਵਨ 'ਚ, ਪਰ ਬੜੇ ਸੁੱਖ ਦੇ ਵਿੱਚ ਹਨ। ਕਿੰਨੇ ਸੁੱਖ 'ਚ ਹਨ? ਕਹਿੰਦੇ ਅਬ ਤੋਂ ਜਾਏ ਚੜ੍ਹੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਇਓ ਹੈ ਕੋਈ ਨਾ ਸਕੈ ਪਛਾਣੀ। ਉਹ ਬੜੀ ਉੱਚੀ ਅਵਸਥਾ 'ਚ ਵਿਚਰਦੇ ਹਨ। ਕਾਰਨ ਕੀ ਹੈ? ਅੰਦਰੋਂ ਇਬਾਦਤ ਬੰਦਗੀ ਤੇ ਭਗਤੀ ਦੇ ਨਾਲ ਜੁੜ ਗਏ, ਗੁਰਮੁਖਾਂ ਦੀ ਸੰਗਤ ਕਰਦੇ ਨੇ ਤੇ ਆਨੰਦ ਦੇ ਵਿੱਚ ਜਿਉਂਦੇ ਹਨ। ਸੋ ਮਹਾਰਾਜ ਨੇ ਇਹ 4 ਸ਼ਲੋਕ ਜਿਹੜੇ ਆਪਾਂ ਵਿਚਾਰੇ ਨੇ, ਇਹਨਾਂ 'ਚੋਂ 3 ਸ਼ਲੋਕਾਂ ਅੰਦਰ ਤੇ ਸਿੱਧੀ ਸੰਗਤ ਦੀ ਗੱਲ ਕੀਤੀ ਹੈ ਕਿ ਸੰਗਤ 'ਚ ਜੁੜ ਕੇ ਹੀ ਸੁੱਖ ਹੈ। ਭਾਵੇਂ ਬਾਹਰ ਦੀ ਬੰਦੇ ਕੋਲ ਜਿੰਨੀ ਮਰਜ਼ੀ ਤਾਕਤ ਹੋਵੇ, ਗਿਆਨ ਵਿਗਿਆਨ ਦੀ ਤਾਕਤ ਹੋਵੇ, ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ। ਸਤ ਸੰਗਤ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ। ਇਬਾਦਤ ਭਜਨ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ। ਤੇ ਪਹਿਲੇ ਸ਼ਲੋਕ ਰਾਹੀਂ ਸਤਿਗੁਰਾਂ ਨੇ ਇਹ ਸਮਝਾਇਆ ਕਿ ਇਸ ਮਨੁੱਖਾ ਕਾਇਆ ਦਾ, ਮਨੁੱਖਾ ਸਰੀਰ ਤੇ ਮਨੁੱਖਾ ਦੇਹੀ ਦਾ ਵਿਅਰਥ ਦੇ ਵਿੱਚ ਹੰਕਾਰ ਨਹੀਂ ਕਰਨਾ। ਹਾਂ, ਇਹ ਵਾਹਿਗੁਰੂ ਦੀ ਬਖਸ਼ੀ ਹੋਈ ਦਾਤ ਹੈ। ਇਹ ਮਨੁੱਖਾ ਕਾਇਆ ਤੇ ਮਾਲਕ ਦੀ ਬਖਸ਼ੀ ਹੋਈ ਇਸ ਦਾਤ ਕਾਇਆ ਨੂੰ ਸਫਲ ਬਣਾਉਣਾ ਹੈ। ਤੇ ਉਹਦਾ ਤਰੀਕਾ ਇਹੀ ਹੈ ਕਿ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਤਿਗੁਰੂ ਮਿਹਰ ਕਰਨ, ਗੁਰੂ ਕੇ ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਸਭਨਾਂ ਦੇ ਹਿਰਦਿਆਂ 'ਚ ਵਸਣ, ਗੁਰਮਤਿ ਗਿਆਨ ਦੇ ਧਾਰਨੀ ਬਣੀਏ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਪੁੱਲਾਂ ਨਾ ਚਿਤਾਰਨੀਆਂ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।